श्री वाहिगुरु साहिब जीओ। बर को दीत गर्द को चार है, ये तोत विचरत सिंह निहार है। बर को दीत गर्द को चार है, ये तोत विचरत सिंह निहार है। सतनाम सिरे वाहेगुरु जी। सतगुर चरण शरण चल जाए सिख, ता शरण जगत चल आवे। सतगुर आग्या सत सत कर मानै गुर सिख, आग्या ताए सगल संसार है तावे। सतगुर सेवा पाए पूज करै गुर सिख, सर्ब निदान अगर ले बुलावे। सतगुर सिखिया दिखिया हृदय प्रवेश जाए, ताकि सीख सुनत परम पद पावे। एकांकारा सतगुरु ते प्रसाद सच होई। वाहेगुरु जी की फतेह, विघ्न विनाशन सोई। वाहेगुरु जी की फतेह, विघ्न विनाशन सोई। वाहेगुरु जी का खालसा, वाहेगुरु जी की फतेह। परम सत्कार जोग गुरु रूप खालसा साध संगत जी, जितने भी माई भाई नेमी प्रेमी दूरों नेड़े चल कर के महापुरखों दे पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दे चरनां 'च हाज़री लवाउण वास्ते अपणियां चित वृत्तियां बाहरों कागर करन दी खेचल करो। भगत वशल पतत पावन दीना बंधु तिन्ने लोगां दे मालक सांझे रहबर निरंकारी जोत श्री गुरु गोबिंद सिंह जी महाराज दी पावन कथा चल रही है। पिछले प्रकरण दे विच असीं ये विचार सरवण कीती। जिस वक्त बजीदा अपनिया फौजां नूं लै करके वापस मुड़ गया सी, चौधरी कपूरे ने समझाया भी दे लो तुहाडी मर्जी है, जे था इन्हां पैरां ते अगे नूं जाओगे फिर पानी तुहानूं 30 कोहां ते मिलूगा। अगर इन्हां पैरां ते वापस मोड़ा पाओगे अपनियां फौजां दे समेत, फिर आपां ने तकरीबन एक पैर दे अंदर अंदर जल दे पास पहुँच जाना। अपनी सेना दी दे करके हालत जेड़ा सी सरहंद दा सूबा वजीदा, वो भी बड़ा घबराया भी किते मुरदियां नूं दफनाउंदियां जे असीं इत्थे प्राण त्यागे फिर होर कोई साडियां लोथां नूं किहड़ा दफनाउण वास्ते आएगा। प्यास तो तंग हो करके सारे वापस मुड़ गए सी। उधरों दशमेश पिता ने भी टिब्बी सर वाली जगह ते खड़िया हो के ओ जी तीरां दी बरखा कीती ना जालमा पापियां दे उपर दे करके सारे बड़े हैरान हो गए भी तीर चलाउण वाला तो कोई देदा नहीं, पर ਜਿਹੜੇ ਸਾਡੇ जवान सिपाही वो दाड़ दाड़ धरती के उपर
ਡਿੱਗ ਰਹੇ ਹਨ। ਜਦੋਂ ਸਤਿਗੁਰੂ ਜੀ ਨੇ ਮੈਦਾਨੇ ਜੰਗ ਦੇ ਵਿੱਚ ਆ ਕਰਕੇ ਨਿਗਾਹ ਮਾਰੀ, ਜੋਧੇ ਸੂਰਮਿਆਂ ਦੇ ਸਰੀਰ ਹੈ ਵੀ ਥਾਂ ਥਾਂ 'ਤੇ ਖਿਲਰੇ ਪਏ ਸਨ। ਜੋ ਵੀ ਕਿਸੇ ਨੇ ਜਿਤਨਾ ਉਦਮ ਪ੍ਰਸ਼ਾਰਤ ਕੀਤਾ, ਜਿਤਨੇਕ ਮੈਦਾਨੇ ਜੰਗ ਦੇ ਵਿੱਚ ਅੱਗੇ ਵਧਿਆ, ਕਿਸੇ ਨੂੰ ਇਹ ਮੇਰਾ 20 ਜਾਰੀ 30 ਜਾਰੀ, ਇਸ ਕੀ ਹੋਏ ਲੱਖਨ ਕੀ ਸਰਦਾਰੀ, ਵੀ ਇਹ 20,000 ਦਾ ਮਾਲਕ ਬਣੋ, ਇਹ ਜੀ 30,000 ਦੀ ਸਰਦਾਰੀ ਹੋ ਜਾਣੀ ਹੈ। ਬੜੇ ਵਰਦਾਨ ਦਸ਼ਮੇਸ਼ ਪਿਤਾ ਨੇ ਆਪਣੇ ਪਿਆਰੇ ਗੁਰ ਸਿੱਖਾਂ ਨੂੰ ਬਖਸ਼ੇ ਸਨ। ਮੈਦਾਨੇ ਜੰਗ ਦੇ ਵਿੱਚ ਜਥੇਦਾਰ ਭਾਈ ਮਹਾਂ ਸਿੰਘ ਇਹ ਵੀ ਬੜਾ ਜ਼ਖਮੀ ਹੋ ਚੁੱਕਿਆ ਸੀ। ਬਾਰ ਜਦੋਂ ਇਹਨੇ ਸਰਬਗੰਤਰ ਜਾਮੀ ਸਤਿਗੁਰਾਂ ਦੇ ਚਰਨਾਂ 'ਚ ਬੜੀਆਂ ਜੋਦੜੀਆਂ ਮਿੰਨਤਾਂ ਤਰਲੇ ਕੀਤੇ, ਸੱਚੇ ਪਾਤਸ਼ਾਹ ਵੀ ਜਿਹੜੇ ਪੁੱਤ ਉਹ ਤਾਂ ਭਾਵੇਂ ਮਾਪਿਆਂ ਤੋਂ ਕਪੁੱਤ ਹੋ ਜਾਂਦੇ ਹਨ, ਪਰ ਜਿਹੜੇ ਨੇ ਮਾਪਿਓ ਉਹ ਆਪਣੇ ਪੁੱਤਰਾਂ ਕੋਲੋਂ ਕਦੇ ਵੀ ਮੂੰਹ ਨਹੀਂ ਮੋੜਿਆ ਕਰਦੇ ਹਨ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨ ਰਾਖ ਸਤੇਤੇ, ਰਾਮਈਆ ਬਾਰਕ ਤੇਰਾ, ਕਾਏ ਨ ਖੰਡਸ ਅਫਗਨ ਮੇਰਾ। ਗਰੀਬਨ ਵਾ ਸੱਚੇ ਪਾਤਸ਼ਾਹ ਜੀ ਆਪਣੇ ਦਰਸ਼ਨ ਨਹੀਂ ਬਖਸ਼ਣੇ ਹਨ। ਆਪ ਚਰਨਾਂ ਦਾ ਜੋ ਜਿਹੜਾ ਜੋੜਾ ਹੈ ਉਹਦਾ ਹੀ ਮੇਰੇ ਸਰੀਰ ਦੇ ਨਾਲ ਠੇਡਾ ਮਾਰਦੇ ਹੋ, ਇਹਦੇ ਨਾਲ ਹੀ ਮੇਰਾ ਭਲਾ ਹੋ ਜਾਏਗਾ। ਦਸ਼ਮੇਸ਼ ਪਿਤਾ ਨੇ ਖਿਦਰਾਣੇ ਦੀ ਢਾਬ 'ਤੇ ਪਹੁੰਚ ਕੇ ਜਿਹੜਾ ਸੀ ਸਤਿਗੁਰੂ ਜੀ ਦਾ ਜਾਮੇ ਦਾ ਪੱਲਾ, ਉਹਦੇ ਨਾਲ ਜੋਧੇ ਸੂਰਮਿਆਂ ਦੇ ਜਿਹੜੇ ਚਿਹਰੇ ਜਿਨ੍ਹਾਂ ਦੇ ਉੱਪਰ ਮਿੱਟੀ ਘੱਟਾ ਗਰਦ ਪਈ ਹੋਈ ਸੀ, ਆਪ ਮਹਾਰਾਜ ਨੇ ਉਹਨਾਂ ਦੇ ਜਿਹੜੇ ਚਿਹਰੇ ਸਾਫ਼ ਕੀਤੇ ਸਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਰ ਕੋ ਦੀਤ ਗਰਦ ਕੋ ਝਰ ਹੈ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨਾਲੇ ਤਾਂ ਆਪਣੇ ਜੋਧੇ ਸੂਰਮਿਆਂ ਨੂੰ ਬੜੇ ਵਰਦਾਨ ਬਖਸ਼ੀ ਜਾਂਦੇ ਹਨ, ਨਾਲ ਦੀ ਨਾਲ ਉਹਨਾਂ ਦੇ ਚਿਹਰੇ 'ਤੇ ਜਿਹੜਾ ਮਿੱਟੀ ਘੱਟਾ ਪਿਆ ਹੋਇਆ ਸੀ, ਬਰ ਕੋ ਦੇਤ ਗਰਦ ਕੋ ਝਾਰੈ, ਆਪਣੇ ਚੋਲੇ ਦੇ ਪੱਲੇ ਦੇ ਨਾਲ ਉਹਨਾਂ ਦੇ ਚਿਹਰਿਆਂ ਤੋਂ ਮਹਾਰਾਜ ਪਿਆ ਹੋਇਆ ਜਿਹੜਾ ਮਿੱਟੀ ਘੱਟਾ ਵੀ ਸਾਫ਼ ਕਰ ਰਹੇ ਸੀ। ਇਹ ਤੋਤ ਵਿਚਰਤ ਸਿੰਘ ਨਿਹਾਰ ਹੈ। ਇਹ ਤੋਤ ਵਿਚਰਤ ਸਿੰਘ ਨਿਹਾਰ ਹੈ। ਮੈਦਾਨੇ ਜੰਗ ਦੇ ਵਿੱਚ ਚਾਰੇ ਪਾਸੇ ਜਾ ਕੇ ਦਸ਼ਮੇਸ਼ ਪਿਤਾ ਨੇ ਆਪਣੇ ਜੋਧੇ ਸੂਰਮਿਆਂ ਦੇ ਸਰੀਰਾਂ ਦੀ ਜਿਹੜੀ ਭਾਲ ਕੀਤੀ ਹੈ। ਚਤਵਾਰਿੰਸ ਵਿਖੇ ਇੱਕ ਜੀਵਤ। ਹੁਣ 40 ਦੇ ਵਿੱਚੋਂ ਅਜੇ ਜਥੇਦਾਰ ਭਾਈ ਮਹਾਂ ਸਿੰਘ ਧਰਤੀ ਦੇ ਉੱਪਰ ਪਏ ਹੋਏ ਸਹਿ ਕਰ ਰਹੇ ਸਨ। ਕਦੇ ਸਾਹ ਆ ਜਾਂਦਾ ਹੈ ਅਤੇ ਕਈ ਦਫਾ ਜਿਹੜੀ ਸਾਹ ਦੀ ਰਫ਼ਤਾਰ ਬੜੀ ਧੀਮੀ ਪੈ ਜਾਂਦੀ ਹੈ। ਇਹ ਵੀ ਵਾਰ ਅੰਦਰੋਂ ਅੰਦਰੀ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਬੜੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਅਸੀਂ
ਕਾਵੰਤੀ ਸਹਿਕਿਤ ਮ੍ਰਿਤ ਥੀਵਤ। ਹੁਣ ਸਰੀਰ ਦੇ ਉੱਪਰ ਥਾਂ ਥਾਂ ਤੇ ਵੱਡੇ ਵੱਡੇ ਜ਼ਖਮ ਹੋ ਚੁੱਕੇ ਸਨ। ਸ਼ੀਗਰ ਸਮੀਪ ਜਾਇ ਕਰ ਸੁਆਮੀ। ਇਸ ਦੇ ਹਿਰਦੇ ਦੀ ਭਾਵਨਾ ਨੂੰ ਜਾਣਦੇ ਹੋਇਆਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਥੇਦਾਰ ਭਾਈ ਮਹਾਂ ਸਿੰਘ ਦੇ ਪਾਸ ਪਹੁੰਚ ਗਏ ਸਨ। ਬੈਠ ਗਈ ਤਹ ਅੰਤਰ ਜਾਮੀ। ਅੰਤਰ ਜਾਮੀ ਸਤਿਗੁਰੂ ਜੀ ਨੂੰ ਪਤਾ ਹੈ ਵੀ ਕਿਤਨਾ ਇਹਨਾਂ ਦੇ ਹਿਰਦੇ ਦੇ ਅੰਦਰ ਪ੍ਰੇਮ ਪਿਆਰ ਦੁਬਾਰਾ ਪੈਦਾ ਹੋ ਚੁੱਕੇ ਹੈ। ਮੰਦ ਮੰਦ ਬਹਿ ਜਿਸ ਕੋ ਸਵਾਸਾ। ਜਿਸ ਦੇ ਜਿਹੜੇ ਸਵਾਸ ਬਹੁਤ ਹੌਲੀ ਹੌਲੀ ਚੱਲਣ ਲੱਗ ਪਏ ਸਨ। ਲਰਿਓ ਬਹੁਤ ਰਿਪ ਕਰੀ ਬਿਨਾਸ਼ਾ। ਜਥੇਦਾਰ ਭਾਈ ਮਹਾਂ ਸਿੰਘ ਨੇ ਅੱਗੇ ਹੋ ਕਰਕੇ ਫੜੇ ਤੁਰਕਾਂ ਮੁਗਲਾਂ ਪਠਾਣਾਂ ਦਾ ਮੈਦਾਨੇ ਜੰਗ ਦੇ ਵਿੱਚ ਨਾਸ ਕੀਤਾ ਸੀ। ਪੁੰਜ ਕਾਵ ਤਨ ਮਹਿ ਲੱਗ ਰਹੀ। ਜਿਸ ਕਰਕੇ ਥਾਂ ਥਾਂ ਤੇ ਨਾ ਇਹਦਾ ਜਿਹੜਾ ਸਰੀਰ ਵੱਡੇ ਵੱਡੇ ਜ਼ਖਮਾਂ ਦੇ ਨਾਲ ਬੰਨਿਆ ਪਿਆ ਸੀ। ਲੱਤਾਂ ਵੀ ਬਾਹਾਂ ਵੀ ਵੱਡੇ ਵੱਡੇ ਜ਼ਖਮਾਂ ਦੇ ਵਿੱਚ ਖੂਨ ਵਗ ਰਿਹਾ ਹੈ। ਦਿਹ ਦਰਸ਼ ਗੁਰ ਚਿਤ ਮਹਿ ਚਹੀ। ਹਿਰਦੇ ਦੇ ਅੰਦਰ ਰਹੀ ਭਾਵਨਾ ਇਹਦੇ ਪੈਦਾ ਹੋ ਚੁੱਕੀ ਹੈ। ਬੈਠ ਨਾਥ ਕਰ ਕਮਲ ਸਪਰਸ਼ਾ। ਜਦੋਂ ਸਤਿਗੁਰੂ ਜੀ ਜਥੇਦਾਰ ਭਾਈ ਮਹਾਂ ਸਿੰਘ ਦੇ ਬਹੁਤ ਨੇੜੇ ਆ ਕਰਕੇ ਬੈਠ ਗਏ ਨੇ। ਦੀਨਸ ਅਪਰਮੇਯ ਉਰ ਹਰਸ਼ਾ। ਉਹ ਸਮੇਂ ਇਸ ਦੀ ਜਿਹੜੀ ਕੁਰਬਾਨੀ ਜੋ ਇਹਨਾਂ ਨੇ ਬਹੁਤ ਵੱਡੀ ਮਾਨ ਸੇਵਾ ਕੀਤੀ ਹੈ, ਆਪਣੇ ਕੋਈ ਪ੍ਰਾਣਾਂ ਦੀ ਪਰਵਾਹ ਨਹੀਂ ਸੀ ਕੀਤੀ। ਸਾਰੇ ਯੋਧੇ ਸੂਰਮਿਆਂ ਨੇ ਇਸੇ ਕਰਕੇ ਦਸ਼ਮੇਸ਼ ਪਿਤਾ ਦੇ ਮਨ ਦੇ ਅੰਦਰ ਬਿਆਨਤਾ ਜਿਹੜੀ ਪ੍ਰਸੰਨਤਾ ਪੈਦਾ ਹੋ ਚੁੱਕੀ ਸੀ। ਮਹਾ ਸਿੰਘ ਅਬ ਨੈਣ ਉਗਾਰ ਹੋ। ਉਸ ਸਮੇਂ ਮਹਾਰਾਜ ਕਹਿਣ ਲੱਗੇ ਭਾਈ ਮਹਾਂ ਸਿਆਂ ਆਪਣੇ ਨੇਤਰ ਖੋਲ, ਮੈਂ ਤੇਰੇ ਪਾਸ ਪਹੁੰਚ ਗਿਆ। ਚਹਿਤ ਦਰਸ਼ ਚਿਤ ਨਿਕਟ ਨਿਹਾਰ ਹੋ। ਜੋ ਤੂੰ ਆਪਣੇ ਹਿਰਦੇ ਦੇ ਅੰਦਰ ਸਾਡੇ ਦਰਸ਼ਨ ਕਰਨੇ ਚਾਹੁੰਦਾ ਸੀ, ਅੱਖਾਂ ਖੋਲ ਕਰਕੇ ਹੁਣ ਤੂੰ ਆਪਣੇ ਦੀਦਾਰ ਕਰ ਸਕਦਾ ਹੈ। ਤੁਝ ਪਰ ਹਮ ਪ੍ਰਸੰਨ ਬਹੁ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖ, ਤੇਰੇ ਉੱਪਰ ਸਾਡੀ ਬਹੁਤ ਜ਼ਿਆਦਾ ਪ੍ਰਸੰਨਤਾ ਪੈਦਾ ਹੋ ਚੁੱਕੀ ਹੈ। ਸੋ ਅਬ ਦਿਹ ਚਹ ਜਿਸ ਲਹੈ। ਹੁਣ ਜੋ ਵੀ ਤੂੰ ਚਾਹੇਗਾ ਉਹੀ ਤੈਨੂੰ ਵਸਤੂ ਪ੍ਰਾਪਤ ਹੋ ਜਾਣੀ ਹੈ। ਕੰਨ ਸੁਰ ਸਮਸਰ ਗਿਰਾ ਗਹੀਰ। ਜਦੋਂ ਬੱਦਲ ਦੇ ਸਮਾਨ ਬੜੇ ਮਿੱਠੇ ਮਿੱਠੇ ਵਚਨ ਜਥੇਦਾਰ ਭਾਈ ਮਹਾਂ ਸਿੰਘ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਆਪਣੇ ਕੰਨਾਂ ਦੇ ਨਾਲ ਸੁਣੇ ਸੀ। ਸੁਨ ਕਰ ਦਰਸ਼ਨ ਹੀਰ ਸੋ ਤੀਰ। ਦੇ ਲਿਆ ਵੀ ਦੀਨ ਦੁਨੀਆ ਦੇ ਮਾਲਕ ਮੇਰੇ ਮਨ ਦੀ ਭਾਵਨਾ ਪੂਰੀ ਕਰਨ ਵਾਸਤੇ ਆਪ ਚੱਲ ਕਰਕੇ ਪਹੁੰਚ ਗਏ ਹਨ। ਮੰਦਰਤ ਲੋਚਨ ਤੁਰਤ ਉਗਾਰੀ। ਉਸ ਸਮੇਂ ਜਥੇਦਾਰ ਭਾਈ ਮਹਾਂ ਸਿੰਘ ਨੇ ਆਪਣੇ ਬੰਦ ਕੀਤੇ ਹੋਏ ਨੇਤਰ ਜਦੋਂ ਖੋਲ੍ਹੇ, ਉਸ ਵਕਤ ਇਹਦੀਆਂ ਅੱਖਾਂ 'ਚੋਂ ਜਿਹੜੇ ਵੱਡੇ ਵੱਡੇ ਹੰਝੂ ਧਰਤੀ 'ਤੇ ਗਿਰਨ ਲੱਗ ਪਏ। ਸੱਚੇ ਪਾਤਸ਼ਾਹ ਵੀ ਆ ਜਿਹੜੀਆਂ ਮੇਰੀਆਂ ਅੱਖਾਂ ਆਪ ਦੇ ਦਰਸ਼ਨ ਕਰਨ ਦੇ ਯੋਗ ਤਾਂ ਨਹੀਂ ਰਹੀਆਂ, ਮਹਾਰਾਜ ਫਿਰ ਵੀ ਆਪ ਨੇ ਮੇਰੇ ਮਨ ਦੀ ਜਿਹੜੀ ਭਾਵਨਾ ਪੂਰੀ ਕਰ ਦਿੱਤੀ ਹੈ। ਅੰਤ ਸਮੇਂ ਪਿਖ ਕਰ ਨਿਜ ਪਿਆਰੀ। ਅਖੀਰ ਦੇ ਟਾਈਮ ਤੇ ਅੱਜ ਮੈਨੂੰ ਆਪ ਜੀ ਦੇ ਦੀਦਾਰ ਹੋ ਗਏ ਹਨ। ਅਤੁਲਤ ਮੋਦ ਰਿਧੀ ਹੋਈ ਆਇਓ। ਉਹ ਸਮੇਂ ਅਤੁਲਤ ਬੜੀ ਪ੍ਰਸੰਨਤਾ ਬੜੀ ਖੁਸ਼ੀ ਤਾਂ ਮਹਾਰਾਜ ਦੇ ਅੰਦਰ ਪਹਿਲਾਂ ਹੀ ਪੈਦਾ ਹੋ ਚੁੱਕੀ ਹੈ। ਜਨ ਵੱਡ ਰੋਗੀ ਅੰਮ੍ਰਿਤ ਪਾਇਓ। ਜਦੋਂ ਦਸ਼ਮੇਸ਼ ਪਿਤਾ ਦੇ ਸੋਹਣੇ ਬਚਨ ਜਥੇਦਾਰ ਭਾਈ ਮਹਾਂ ਸਿੰਘ ਨੇ ਇਉਂ ਇਹਦੇ ਮਨ ਦੇ ਅੰਦਰ ਆਨੰਦ ਵੱਧ ਗਿਆ ਵੀ ਜਿਵੇਂ ਬੜੇ ਭਿਆਨਕ ਰੋਗੀ ਨੂੰ ਕਿਤੇ 2-4 ਕੁੱਟਾਂ ਅੰਮ੍ਰਿਤ ਦੀਆਂ ਮਿਲ ਜਾਣ,
ਉਹਦੇ ਸਾਰੇ ਜਿਹੜੇ ਦੁੱਖ, ਵੱਡੀਆਂ ਵੱਡੀਆਂ ਬਿਮਾਰੀਆਂ ਨਾਲ ਦੀ ਨਾਲ ਨਾਸ ਹੋ ਜਾਂਦੀਆਂ ਨੇ। ਜਿਵੇਂ ਉਹ ਬੜਾ ਖੁਸ਼ ਹੋ ਜਾਂਦਾ ਵੀ ਅੰਮ੍ਰਿਤ ਪੀ ਕੇ ਮੇਰੇ ਸਰੀਰ ਦੇ ਵੱਡੇ ਵੱਡਿਆ ਰੋਗ ਕੱਟੇ ਗਏ ਹਨ। ਪੁੰਨ ਗੁਰ ਭੰਨਿਓ ਮੰਗ ਸਿੰਘ ਮੇਰੀ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ, ਐ ਭਾਈ ਮਾਸਿਆ ਜੋ ਵੀ ਤੋ ਮਨ ਦੇ ਵਿੱਚ ਕੋਈ ਕਾਮਨਾ ਹੈ ਸਾਡੇ ਪਾਸੋਂ ਮੰਗ ਸਕਦਾ ਹੈ। ਜਿਸ ਪ੍ਰਕਾਰ ਕੀ ਵਾਂਛਾ ਤੇਰੀ। ਜੋ ਵੀ ਤੇਰੇ ਹਿਰਦੇ ਅੰਦਰ ਕਿਸੇ ਦੁਨਿਆਵੀ ਪਦਾਰਥ ਦੀ ਅਗਰ ਇੱਛਾ ਪੈਦਾ ਹੋਈ ਹੈ, ਬਸਤਾ ਦੀਏ ਨਹੀਂ ਅਸ ਕੋਈ। ਹੁਣ ਇਹੋ ਜੀ ਕੋਈ ਅਦੇ ਵਸਤੂ ਤਾਂ ਹੈ ਨਹੀਂ ਜੋ ਤੈਨੂੰ ਨਹੀਂ ਪ੍ਰਾਪਤ ਹੋ ਸਕੇਗੀ। ਤਬ ਜਾਚੀ ਤੀ ਦੀਏ ਨਾ ਵੀ ਜੋਈ। ਜਿਹੜਾ ਪਦਾਰਥ, ਜਿਹੜੀ ਵਸਤੂ ਮੰਗੇ ਤੋਂ ਤੈਨੂੰ ਨਹੀਂ ਮਿਲੇਗੀ, ਇਹੋ ਜੀ ਕੋਈ ਸੰਸਾਰ ਦੇ ਅੰਦਰ ਚੀਜ਼ ਨਹੀਂ ਪੈਦਾ ਹੋਈ ਹੈ। ਜਗ ਸਭ ਰਾਜ ਸਹਿਤ ਸੁਖ ਜੀਤੀ। ਸਤਿਗੁਰੂ ਜੀ ਕਹਿ ਲਗੇ ਵੀ ਜੈ ਤੂੰ ਕਹਿ ਤੈਨੂੰ ਆ ਦੁਨੀਆ ਦੇ ਬਹੁਤ ਵੱਡੇ ਰਾਜ ਭਾਗ ਬਖਸ਼ ਦਿੰਨੇ ਆ। ਜਾਚਨ ਕਰੀ ਦਿਉ ਅਬ ਤੀਤੀ। ਜੈ ਤੂੰ ਨਾ ਚੱਕਰਵਰਤੀ ਸੰਸਾਰ ਦਾ ਬਾਦਸ਼ਾਹ ਬਣਨਾ ਚਾਹੁੰਦਾ, ਉਹ ਵੀ ਤੈਨੂੰ ਹੁਣੇ ਪ੍ਰਾਪਤ ਹੋ ਜਾਣੀ ਹੈ। ਮੁਕਤ ਚਤੁਰ ਦਾ ਇਹ ਪਰਲੋਕ। ਜਿਹੜੀਆਂ ਇਹ ਪਰਲੋਕ ਦੀਆਂ 4 ਤਰ੍ਹਾਂ ਦੀਆਂ ਸਰਗੁਣ ਦੀਆਂ ਮੁਕਤੀਆਂ ਮੰਨੀਆਂ ਜਾਂਦੀਆਂ ਹਨ। ਸਰੂਪ ਹੈ, ਸਮੀਪ ਹੈ, ਸਾਜਜ। ਇਸੇ ਤਰ੍ਹਾਂ ਸਮੇਪ ਜੇ ਤੂੰ ਕਹੇ ਇਹ 4 ਤਰ੍ਹਾਂ ਦੀਆਂ ਮੁਕਤੀਆਂ ਵੀ ਤੈਨੂੰ ਹਾਸਲ ਹੋ ਜਾਣੀਆਂ ਹਨ। ਜਾਚ ਲਿਓ ਪਿਆਰੇ ਬਿਨ ਸ਼ੋਕ। ਸਤਿਗੁਰੂ ਜੀ ਕਹਿ ਲਗੇ ਵੀ ਬਿਨਾ ਸ਼ੰਕੇ ਤੋਂ ਜੋ ਵੀ ਤੂੰ ਚਾਹੁੰਦਾ ਉਹੀ ਵਸਤੂ ਤੈਨੂੰ ਪ੍ਰਾਪਤ ਹੋ ਜਾਣੀ ਹੈ। ਇਸਤੇ ਅਪਰ ਬਸਤ ਕੁਛ ਨਾਹੀ। ਹੁਣ ਇਹ ਤੋਂ ਪਰੇ ਤਾਂ ਕੋਈ ਵੱਡਾ ਪਦਾਰਥ ਨਹੀਂ ਨਾ ਦੁਨੀਆ 'ਚ, ਪਰ ਜੋ ਵੀ ਤੂੰ ਇਸ ਸਮੇਂ ਜ਼ੁਬਾਨ ਤੋਂ ਕਹੇਂਗਾ ਉਹੀ ਤੇਰੇ ਮਨ ਦੀ ਜਿਹੜੀ ਕਾਮਨਾ ਪੂਰੀ ਹੋ ਜਾਣੀ ਹੈ। ਜੋ ਨਹਿ ਦੀ ਸਕੈ ਤੁਝ ਪਾਹੀ। ਸਤਿਗੁਰੂ ਜੀ ਤਰਟ ਕਰਕੇ ਬਾਰ-ਬਾਰ ਜਥੇਦਾਰ ਭਾਈ ਮਾਸੇਨੋ ਕੋਈ ਨਾ ਕੋਈ ਵਸਤੂ ਮੰਗਣ ਦੇ ਲਈ ਬਾਰ-ਬਾਰ ਆਪਣੀ ਰਸਨਾ ਤੋਂ ਵਚਨ ਕਰ ਰਹੇ ਹਨ। ਕਿਤਨੀ ਵੱਡੀ ਕੁਰਬਾਨੀ ਕੀਤੀ। ਜਿਹੜੇ ਨੇ ਸੰਸਾਰੀ ਲੋਕ ਉਹ ਤਾਂ ਵਾਰ-ਵਾਰ ਪਰਮਾਤਮਾ ਦੇ ਅੱਗੇ ਝੋਲੀਆਂ ਅੜਦੇ ਹਨ, ਸਾਨੂੰ ਆਹ ਮਿਲ ਜੇ, ਆਹ ਪ੍ਰਾਪਤ ਹੋ ਜਾਏ। ਪਰ ਜਥੇਦਾਰ ਭਾਈ ਮਹਾਂ ਸਿੰਘ ਦੀ ਸ਼ਹਾਦਤ ਨੂੰ ਦੇ ਕੇ ਸਤਿਗੁਰੂ ਜੀ ਆਪ ਬਾਰ-ਬਾਰ ਵਚਨ ਕਰੇ ਨੇ ਵੀ ਜੋ ਤੂੰ ਮੰਗੇਗਾ ਉਹੀ ਤੇਰੇ ਮਨ ਦੀ ਜਿਹੜੀ ਭਾਵਨਾ ਪੂਰੀ ਹੋ ਜਾਣੀ ਹੈ। ਸੁਨ ਕਰ ਮਹਾ ਸਿੰਘ ਤਬ ਪਾਖਾ। ਇਹ ਸੁਣ ਕਰਕੇ ਉਸ ਸਮੇਂ ਜਥੇਦਾਰ ਭਾਈ ਮਹਾਂ ਸਿੰਘ ਜੀ ਆਪਣੇ ਵੱਲੋਂ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗ ਪਏ ਸਨ। ਪ੍ਰਭ ਜੀ ਅਬ ਨਾ ਰਹੀ ਅਬ ਲਾਖਾ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਵੀ ਜਦੋਂ ਆਪ ਦੇ ਦਰਸ਼ਨ ਹੀ ਹੋ ਗਏ, ਹੁਣ ਮੇਰੇ ਮਨ ਦੀਆਂ ਸਾਰੀਆਂ ਇਹ ਕਾਮਨਾਵਾਂ ਹੀ ਹਿਰਦੇ ਦੇ ਅੰਦਰੋਂ ਖਤਮ ਹੋ ਗਈਆਂ ਨੇ। ਅੰਤ ਸਮੇਂ ਪਿਖ ਦਰਸ਼ ਤੁਹਾਰਾ। ਵੀ ਸਾਰਿਆਂ ਨਾਲੋਂ ਵੱਡੀ ਦਾਤ ਮੈਨੂੰ ਜੋ ਆਪ ਜੀ ਦੇ ਅਖੀਰ ਦੇ ਟਾਈਮ ਤੇ ਦਰਸ਼ਨ ਹੋ ਗਏ ਹਨ। ਉਪਜੋ ਰਿਧੀ ਆਨੰਦ ਉਦਾਰਾ। ਸੱਚੇ ਪਾਤਸ਼ਾਹ ਆਪ ਦਾ ਦੀਦਾਰ ਕਰਨ ਦੇ ਨਾਲ ਹੀ ਮੇਰੇ ਮਨ ਦੇ ਵਿੱਚ ਬੜੇ ਹੋ ਜੇ ਆਨੰਦ ਪੈਦਾ ਹੋ ਗਏ ਨੇ। ਸਕਲ ਬਾਸ਼ਨਾ ਪੂਰਨ ਕਰੀ। ਦਰਸ਼ਨ ਦੇ ਕੇ ਮੇਰੇ ਮਨ ਦੀਆਂ ਆਪ ਨੇ ਸਾਰੀਆਂ ਇਹ ਇੱਛਾ ਹੀ ਪੂਰੀਆਂ ਕਰ ਦਿੱਤੀਆਂ ਹਨ। ਰਾਵਰ ਕੀ ਮੂਰਤ ਹੋਰ ਧਰੀ। ਸੱਚੇ ਪਾਤਸ਼ਾਹ ਆਪ ਦਾ ਜਿਹੜਾ ਸੁੰਦਰ ਸਰੂਪ ਇਹ ਹੁਣ ਮੇਰੇ ਹਿਰਦੇ ਦੇ ਵਿੱਚ ਵਸ ਗਿਆ। ਜਿੱਥੇ ਸਤਿਗੁਰੂ ਜੀ ਦਾ ਨੂਰਾਨੀ ਚਿਹਰਾ ਗੁਰ ਸਿੱਖ ਦੇ ਮਨ ਦੇ ਅੰਦਰ ਵਸ ਗਿਆ, ਉੱਥੇ ਫਿਰ ਇਹੋ ਜਿਹੇ ਦੁਨਿਆਵੀ ਪਦਾਰਥਾਂ ਦੀਆਂ ਜਿਹੜੀਆਂ
ਕਾਮਨਾਵਾਂ ਕੈਸੇ ਅੰਦਰ ਪੈਦਾ ਹੋ ਸਕਦੀਆਂ ਹਨ, ਸ਼੍ਰੀ ਮੁਖ ਕਿਰਪਾ ਕਰਤ ਪੁਨ ਕਹਿਓ। ਪਰ ਫਿਰ ਵੀ ਸਤਿਗੁਰੂ ਜੀ ਬਾਰ-ਬਾਰ ਜਥੇਦਾਰ ਭਾਈ ਮਹਾਂ ਸਿੰਘ ਨੂੰ ਇਹੀ ਜਿਹੜੇ ਬਚਨ ਕਰਨ ਲੱਗ ਪਏ ਨੇ ਤੁਮਰੋ ਕਰਮ ਸੋ ਉੱਤਮ ਲਹਿਓ। ਵੀ ਤੈ ਇਹੋ ਜੀ ਬਹੁਤ ਵੱਡੀ ਮਹਾਨ ਕੁਰਬਾਨੀ ਬੜੇ ਔਖੇ ਟਾਈਮ ਤੇ ਆ ਕਰਕੇ ਕੀਤੀ ਹੈ। ਕਰੋ ਜਾਚਨਾ ਅਬ ਹੈ ਜ਼ਰੂਰ। ਸਤਿਗੁਰੂ ਜੀ ਕਹਿ ਲਗਾ ਭਾਈ ਮਾਸਿਆ ਵੀ ਹੁਣ ਤਾਂ ਤੈਨੂੰ ਕੋਈ ਨਾ ਕੋਈ ਪਦਾਰਥ ਕੋਈ ਨਾ ਕੋਈ ਕੰਮ ਨਾ ਤਾਂ ਸਾਡੇ ਪਾਸੋਂ ਜ਼ਰੂਰ ਮੰਗਣੀ ਹੀ ਪੈਣੀ ਹੈ। ਜਿਸ ਵਿਦ ਕੀ ਬਾਂਛਾ ਔਰ ਭੂਰ। ਇਸ ਪ੍ਰਕਾਰ ਕੋਈ ਵੀ ਤੇਰੇ ਮਨ ਦੇ ਵਿੱਚ ਸੰਕਲਪ ਹੈ ਫੁਰਨ ਹੈ ਉਹੀ ਪੂਰਾ ਹੋ ਜਾਣਾ ਹੈ। ਜੀਵਨ ਆਪਣੋ ਜੀ ਅਬਲਖ ਹੈ। ਸਤਿਗੁਰੂ ਜੀ ਕਹਿ ਲਗੇ ਵੀ ਦੇ ਲੈ, ਅਗਰ ਤੂੰ ਆਪਣੀ ਬਹੁਤ ਵੱਡੀ ਜਿਹੜੀ ਜ਼ਿੰਦਗੀ ਵਧਾਉਣੀ ਚਾਹੁੰਦਾ ਹੈ ਕਰਹਿ ਜਵਾਬ ਨਾ ਪ੍ਰਣ ਹੈ ਰੱਖ ਹੈ। ਫਿਰ ਅਸੀਂ ਤੇਰੀ ਬਹੁਤ ਵੱਡੀ ਉਮਰ ਹੀ ਵਧਾ ਦਿੰਦੇ ਹਾਂ। ਜਾਨ ਲਿਓ ਅਸ ਖੁਸ਼ੀ ਹਮਾਰੀ। ਹੁਣ ਤੇਰੀ ਕੁਰਬਾਨੀ ਦੇ ਕਰਕੇ ਖੁਸ਼ੀ ਹੀ ਸਾਡੇ ਹਿਰਦੇ ਦੇ ਅੰਦਰ ਇਤਨੀ ਪੈਦਾ ਹੋ ਗਈ ਵੀ ਜਿਤਨਾ ਚਿਰ ਤੋਂ ਮੰਗਦਾ ਨਹੀਂ ਉਤਨਾ ਚਿਰ ਸਾਡੇ ਮਨ ਦੇ ਵਿੱਚ ਵੀ ਚੈਨ ਨਹੀਂ ਪੈਦਾ ਹੋਏਗੀ। ਹਿਤ ਦੇਵਨ ਕੀ ਚੌਂ ਪਹੁਦਾਰੀ। ਇਸੇ ਕਰਕੇ ਤੈਨੂੰ ਕੋਈ ਨਾ ਕੋਈ ਪਦਾਰਥ ਬਖਸ਼ਣ ਵਾਸਤੇ ਮਹਾਰਾਜ ਕਹਿ ਲੱਗੇ ਵੀ ਸਾਡੇ ਮਨ ਦੇ ਵਿੱਚ ਉਤਸ਼ਾਹ ਹੀ ਇਤਨਾ ਜਿਹੜਾ ਪੈਦਾ ਹੋ ਚੁੱਕਿਆ। ਬਚਨ ਨਾ ਫੇਰ ਹੋ ਮਨ ਹੋ ਕਹਿਓ। ਸਤਿਗੁਰੂ ਜੀ ਕਹਿ ਲਗੇ ਭਾਈ ਮਾਸਿਆ ਸਾਡਾ ਜਿਹੜਾ ਬਚਨ ਬਾਰ-ਬਾਰ ਨਾ ਮੋੜ, ਕੋਈ ਨਾ ਕੋਈ ਹੋਣਾ ਤੈਨੂੰ ਪਦਾਰਥ ਕੋਈ ਨਾ ਕੋਈ ਵਸਤੂ ਤਾਂ ਹੁਣ ਮੰਗਣੀ ਪੈਗੀ। ਜਾਚ ਲਿਓ ਜੈਸੇ ਚਿਤ ਚਹਿਓ। ਜੈਸੇ ਚਿਤ ਚਾਹੋ ਜਿਵੇਂ ਵੀ ਤੇਰੇ ਮਨ ਦੇ ਵਿੱਚ ਕੋਈ ਸੰਕਲਪ ਹੈ ਜਾਂ ਫੁਰਨਾ ਪੈਦਾ ਹੋਇਆ ਦੀ ਕਰ ਹਮ ਆਨੰਦ ਕੋ ਮਨ ਹੈ। ਦੇਖੋ ਦੇਖੋ ਹਮ ਆਨੰਦ ਕੋ ਮਨ ਹੈ। ਸਤਿਗੁਰੂ ਜੀ ਕਹਿ ਲਗੇ ਵੀ ਜਦੋਂ ਨਾ ਤੈਨੂੰ ਕੋਈ ਨਾ ਕੋਈ ਪਦਾਰਥ ਬਖਸ਼ਤਾ ਤਾਂ ਫਿਰ ਸਾਡੇ ਮਨ ਦੇ ਅੰਦਰ ਬੜਾ ਆਨੰਦ ਪੈਦਾ ਹੋਊਗਾ। ਜਾਣਤੀ ਬਾਰ ਹੈ ਬਾਰ ਬਖਨ ਹੈ। ਇਸੇ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਬਾਰ-ਬਾਰ ਆਪ ਹੀ ਜਥੇਦਾਰ ਭਾਈ ਮਹਾਂ ਸਿੰਘ ਨੂੰ ਮੰਗਣ ਦੇ ਲਈ ਬਚਨ ਕਰ ਰਹੇ ਸੀ। ਬਖਸ਼ਿਸ਼ ਬਖਸ਼ ਹੈ ਤੁਮਹਿ ਨਾ ਜਾਵਦ। ਸਤਿਗੁਰੂ ਜੀ ਕਿਤਨੇ ਤਰੋਠੇ ਨੇ ਜਥੇਦਾਰ ਭਾਈ ਮਹਾਂ ਸਿੰਘ ਦੇ ਉੱਪਰ ਵੀ ਜਿਤਨਾ ਚਿਰ ਨਾ ਤੂੰ ਸਾਡੇ ਕੋਲੋਂ ਕੋਈ ਨਾ ਕੋਈ ਵਸਤੂ ਨਹੀਂ ਮੰਗਦਾ ਹੈ ਨਹਿ ਆਨੰਦ ਹਮਰੀ ਹੋਈ ਤਾਵਦ। ਉਤਨਾ ਟਾਈਮ ਉਤਨਾ ਚਿਰ ਸਾਡੇ ਮਨ ਦੇ ਵਿੱਚ ਵੀ ਕੋਈ ਹੈ ਵਿਸ਼ੇ ਤੌਰ ਤੇ ਖੁਸ਼ੀ ਨਹੀਂ ਪੈਦਾ ਹੋਣੀ ਹੈ। ਮਹਾ ਸਿੰਘ ਸੋਨਾ ਰਿਧੀ ਵਿਚਾਰੀ। ਇਹ ਬਚਨ ਸੁਣ ਕਰਕੇ ਨਾ ਉਸ ਸਮੇਂ ਜਥੇਦਾਰ ਭਾਈ ਮਹਾਂ ਸਿੰਘ ਨੇ ਮਨ ਦੇ ਵਿੱਚ ਵਿਚਾਰ ਕੀਤੀ ਤੇ ਉਧਰੋਂ ਜਿਹੜੀਆਂ ਸੀ ਸ਼ਹੀਦ ਸਿੰਘਾਂ ਦੀਆਂ ਰੂਹਾਂ ਉਹ ਕਹਿੰਦੇ ਕਾਹ ਦੇ ਵਿੱਚ ਘੁੰਮ ਰਹੀਆਂ ਸਨ, ਜਿਨ੍ਹਾਂ ਦੇ ਲਈ ਸੱਚਖੰਡ ਦੇ ਜਿਹੜੇ ਦਰਵਾਜ਼ੇ ਬੰਦ ਹੋ ਚੁੱਕੇ ਸਨ। ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨ ਔਰਤ ਹੈ ਕੋਈ ਪੁੱਛੋ ਬਵੈਕੀਆ ਜਾਏ। ਉਹ ਸਮੇਂ ਦੇ ਲਿਆ ਸ਼ਹੀਦ ਸਿੰਘਾਂ ਦੀਆਂ ਰੂਹਾਂ ਨੇ ਵੀ ਇਹ ਸੱਚਖੰਡ ਦੇ ਦਰਵਾਜ਼ੇ ਤਾਂ ਸਾਡੇ ਲਈ ਬੰਦ ਪਏ ਹਨ। ਇਹੋ ਜਿਹੇ ਹਰਫ ਸਾਹਮਣੇ ਲਿਖੇ ਹੋਏ ਸੀ। ਉਸ ਸਮੇਂ ਆ ਕਰਕੇ ਫਿਰ ਇਹਨਾਂ ਨੇ ਜਥੇਦਾਰ ਭਾਈ ਮਹਾਂ ਸਿੰਘ ਨੂੰ ਪ੍ਰੇਰਿਆ ਵੀ ਦੇਖ ਇਸ ਵਕਤ ਗੁਰੂ ਕਲਗੀਧਰ ਸੱਚਾ ਪਾਤਸ਼ਾਹ ਦੇ ਮਨ ਦੇ ਅੰਦਰ ਬੜੀ ਖੁਸ਼ੀ ਪੈਦਾ ਹੋ ਗਈ ਹੈ। ਤੂੰ ਉਹ ਜਿਹੜਾ ਬੇਦਾਵੇ ਵਾਲਾ ਕਾਗਜ਼ ਪੜਵਾ ਲੈ, ਫਿਰ ਆਪਣੇ ਬਾਤ ਨਾ ਸੱਚਖੰਡ ਦੇ ਦਰਵਾਜ਼ੇ ਖੋਲ੍ਹਣੇ ਹਨ।
ਉਹ ਸਮੇਂ ਆ ਕਰਕੇ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਰੂਹਾਂ ਉਹ ਵੀ ਜਥੇਦਾਰ ਭਾਈ ਮਹਾਂ ਸਿੰਘ ਨੂੰ ਪ੍ਰੇਰਨ ਲੱਗੀਆਂ ਵੀ ਤੇਰੇ ਨਾਲ ਹੀ ਅਸੀਂ ਘਰਾਂ 'ਚੋਂ ਚੱਲ ਕਰਕੇ ਆਏ ਆ। ਵੀ ਜਦੋਂ ਉਹ ਬੇਦਾਵੇ ਵਾਲਾ ਕਾਗਜ਼ ਮਹਾਰਾਜ ਨੇ ਪਾੜਤਾ ਦੇ ਲੈ ਫਿਰ ਉਸ ਵਕਤ ਆਪਣੇ ਵਾਸਤੇ ਜਿਹੜੇ ਸੱਚਖੰਡ ਦੇ ਦਰਵਾਜ਼ੇ ਖੁੱਲ੍ਹਣੇ ਹਨ। ਜਦੋਂ ਦਸ਼ਮੇਸ਼ ਪਿਤਾ ਨੇ ਬਾਰ-ਬਾਰ ਵਚਨ ਕੀਤਾ ਵੀ ਜਿਤਨਾ ਚਿਰ ਤੂੰ ਮੰਗਦਾ ਨਹੀਂ ਉਤਨਾ ਟਾਈਮ ਇਹ ਸਾਡੇ ਮਨ ਦੇ ਵਿੱਚ ਕੋਈ ਆਨੰਦ ਨਹੀਂ ਪੈਦਾ ਹੋਵੇਗਾ। ਪ੍ਰਭ ਕੈ ਉਪਜੀ ਖੁਸ਼ੀ ਉਦਾਰੀ। ਜਥੇਦਾਰ ਭਾਈ ਮਹਾਂ ਸਿੰਘ ਨੇ ਦੇ ਲਿਆ ਵੀ ਦਸ਼ਮੇਸ਼ ਪਿਤਾ ਦੇ ਮਨ ਦੇ ਅੰਦਰ ਦੇ ਲੋ ਕਿਹੋ ਜਿਹੀਆਂ ਖੁਸ਼ੀਆਂ ਮੇਰੇ ਉੱਪਰ ਪੈਦਾ ਹੋ ਗਈਆਂ ਨੇ। ਲਿਖ ਕਰ ਗਏ ਬਿਦਾਵਾ ਵੀ ਜੋਈ। ਜਿਹੜਾ ਅਸੀਂ ਬੇਦਾਵਾ ਆਪਣੇ ਵੱਲੋਂ ਸਤਿਗੁਰੂ ਜੀ ਨੂੰ ਲੈ ਕਰਕੇ ਦਿੱਤਾ ਸੀ ਇਸ ਛਨ ਨਹੀਂ ਕੋਪ ਮਨ ਵੀ ਸੋਈ। ਇਸ ਸਮੇਂ ਸਤਿਗੁਰੂ ਜੀ ਦੇ ਅੰਦਰ ਕੋਈ ਨਾਰਾਜ਼ਗੀ ਕੋਈ ਵੀ ਮੈਨੂੰ ਇਹੋ ਜਿਹਾ ਜਿਹੜਾ ਗੁੱਸਾ ਸਾਹਮਣੇ ਨਜ਼ਰ ਨਹੀਂ ਆਉਂਦਾ ਹੈ। ਸਗਰੀ ਦੀਸ਼ ਕੋ ਕਰਮ ਕਮਾਵਾ। ਹੁਣ ਜਿਹੜਾ ਇਹ ਮਾਝੇ ਦੇ ਇਲਾਕੇ ਦੇ ਗੁਰ ਸਿੱਖਾਂ ਨੇ ਇੱਕ ਬਹੁਤ ਵੱਡਾ ਖੋਟ ਕਮਾ ਲਿਆ। ਸਤਿਗੁਰ ਤਿਆਗੀ ਤਰਾਸੋ ਪਾਵਾ। ਜਿਨ੍ਹਾਂ ਨੇ ਬੇਝਿਜਕ ਹੋ ਕਰਕੇ ਕਾਗਜ਼ ਦੇ ਉੱਪਰ ਲਿਖਤਾ ਇਹ ਕਰੰਗੀਆਂ ਵਾਲੇ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਇਹ ਜਿਹੜੇ ਕਾਲੇ ਅੱਖਰ ਮਾਝੇ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਬੇਮੁਖ ਪ੍ਰਾਣੀਆਂ ਨੇ ਆਪਣੇ ਵੱਲੋਂ ਕਾਗਜ਼ ਦੇ ਉੱਪਰ ਲਿਖ ਦਿੱਤੇ ਸੀ। ਇਹ ਬੇਦਾਵੇ ਦੀ ਜਿਹੜੀ ਵਾਰਤਾ ਕਵੀ ਜੀ ਨੇ ਦੋ ਥਾਵਾਂ 'ਤੇ ਲਿਖੀ ਹੋਈ ਹੈ। ਇੱਕ ਤਾਂ ਪਹਿਲਾਂ ਜਦੋਂ ਆਨੰਦਪੁਰ ਦੇ ਵਿੱਚ ਤੁਰਕਾਂ ਮੁਗਲਾਂ ਪਠਾਨਾਂ ਨੇ ਚਾਰੇ ਪਾਸਿਆਂ ਤੋਂ ਬੜੀ ਸਖਤ ਨਾਕਾਬੰਦੀ ਕਰਤੀ। ਬਾਹਰੋਂ ਖਾਣ ਪੀਣ ਵਾਲੀਆਂ ਵਸਤੂਆਂ ਬਿਲਕੁਲ ਬੰਦ ਹੋ ਗਈਆਂ ਸਨ। ਉਸ ਸਮੇਂ ਦੁਨੀ ਚੰਦ ਦੇ ਮਗਰ ਲਾ ਕਰਕੇ ਇਹਨਾਂ ਨੇ ਇਹ ਜਿਹੜੇ ਕਾਲੇ ਅੱਖਰ ਕੋਰੇ ਕਾਗਜ਼ ਦੇ ਉੱਪਰ ਆਪਣੇ ਵੱਲੋਂ ਲਿਖਿਆ ਸੀ। ਜਦੋਂ ਇੱਥੇ ਫਿਰ ਰਾਮਿਆਣ ਪਿੰਡ ਦੇ ਪਾਸ 200 ਗਿਣਤੀ 'ਚ ਪੰਚ ਸਰਪੰਚ ਨੰਬਰਦਾਰ ਸਿਆਣੇ ਸਿਆਣੇ ਗੁਰਸਿੱਖ ਚੱਲ ਕੇ ਆਏ। ਉਹਨਾਂ ਨੇ ਵੀ ਇਹ ਆਪਣੇ ਵੱਲੋਂ ਵਾਰਤਾ ਲਿਖ ਦਿੱਤੀ ਸੀ। ਜਿਸਕੇ ਬਾਕ ਤਨਕ ਹੀ ਕਹੀ। ਜਥੇਦਾਰ ਭਾਈ ਮਹਾਂ ਸਿੰਘ ਜੀ ਸੋਚਣ ਲੱਗੇ ਵੀ ਜੇ ਦਸ਼ਮੇਸ਼ ਪਿਤਾ ਕਿਤੇ ਸੋਤੇ ਸੀ ਜੀ ਨਾ ਆਪਣੀ ਮੌਤ ਦੇ ਵਿੱਚ ਕੋਈ ਵੀ ਬਚਨ ਆਪਣੀ ਰਸਨਾ ਤੋਂ ਕਰ ਦਿੰਦੇ ਨੇ। ਨਰਕ ਕੇ ਸੁਰਗ ਤੁਰਤ ਹੀ ਲਹੀ। ਉਹ ਜਿਹੜੇ ਪ੍ਰਾਣੀ ਤੁਰੰਤ ਸਵਰਗ ਔਰ ਨਰਕਾਂ ਦੀ ਪ੍ਰਾਪਤੀ ਕਰ ਸਕਦੇ ਹਨ। ਸੂਕੇ ਭਰੀ ਭਰੇ ਸ਼ੁਸ਼ਕਾਵੇਂ। ਜੈ ਸਤਿਗੁਰੂ ਜੀ ਚੌਣ ਰੀਤੈ ਪਰੇ ਪਰੇ ਸੁਖਨਾਵੇ। ਜੈ ਤਾ ਕੋ ਵਿਵਹਾਰੇ। ਤੇ ਜਿਹੜੇ ਵੱਡੇ ਵੱਡੇ ਸਮੁੰਦਰ ਪਾਣੀ ਦੇ ਨਾਲ ਭਰੇ ਹੋਏ ਉਸ ਥਾਂ 'ਤੇ ਮਾਰੂ ਥਲ ਵੀ ਬਣ ਸਕਦੇ ਹਨ। ਕਬਹੂ ਕਹਿਓ ਨਿਫਲ ਨਹਿ ਜਾਵੇ। ਹੁਣ ਸਤਿਗੁਰੂ ਜੀ ਦੇ ਕੀਤੇ ਹੋਏ ਬਚਨ ਇਹ ਤਾਂ ਕਦੇ ਵੀ ਐਵੇਂ ਵਿਅਰਥ ਨਹੀਂ ਜਾਂਦੇ ਹਨ। ਅਸ ਸਮਰੱਥ ਤਜ ਕਰ ਗੋਸਾਈ। ਹੁਣ ਜਿਹੜੇ ਅਣਜਾਣ ਪ੍ਰਾਣੀ ਇਹੋ ਜਿਹੇ ਬੇਅੰਤ ਕਰਮਾਂ ਸ਼ਕਤੀਆਂ ਦੇ ਮਾਲਕ ਸਤਿਗੁਰਾਂ ਨੂੰ ਛੱਡ ਕੇ ਥਾਂ ਥਾਂ 'ਤੇ ਦਰ ਦਰ 'ਤੇ ਬੜੀਆਂ ਠੋਕਰਾਂ ਖਾਂਦੇ ਹਨ। ਰਨ ਲਰਬੇ ਤੇ ਉਰ ਪਰਮਾਈ। ਹੁਣ ਜਿਹੜੇ 200 ਦੀ ਗਿਣਤੀ 'ਚੋਂ ਮਾਝੇ 'ਚੋਂ ਪ੍ਰੇਮੀ ਚੱਲ ਕਰਕੇ ਆਓ ਵਿਚਾਰੇ ਜੰਗ ਤੋਂ ਡਰਦੇ ਹੋਏ ਹੀ ਆਪੋ ਆਪਣੇ ਘਰਾਂ ਨੂੰ
ਵਾਪਸ ਮੁੜ ਗਏ ਸੀ। ਹੋਏ ਭਵਿੱਖਿਅਤ ਮਹਿ ਨਰ ਜੀਤੀ। ਹੁਣ ਜੋ ਵੀ ਆਉਣ ਵਾਲੇ ਸਮੇਂ 'ਚ ਨਾ ਇਸ ਇਲਾਕੇ ਨਾ ਪਿੰਡਾਂ ਨਗਰਾਂ 'ਚ ਜੋ ਵੀ ਗੁਰਮੁਖ ਪੈਦਾ ਹੋਣੇ ਨੇ, ਇਸ ਕ੍ਰਿਤ ਕੋ ਦੁਖ ਪਹਿ ਤੀਤੀ। ਜਿਹੜਾ ਇਹਨਾਂ ਨੇ ਇੱਕ ਬਹੁਤ ਵੱਡਾ ਖੋਟਾ ਕਰਮ ਬੇਦਾਵੇ ਵਾਲਾ ਕੀਤਾ ਹੈ, ਵੀ ਉਹਨਾਂ ਨੂੰ ਵੀ ਫਿਰ ਆਉਣ ਵਾਲੇ ਸਮੇਂ 'ਚ ਵੱਡੇ ਵੱਡੇ ਦੁੱਖ, ਵੱਡੇ ਵੱਡੇ ਕਸ਼ਟ ਭੋਗਣੇ ਪੈਣੇ ਹਨ। ਬੁਰਾ ਦੀਸ਼ ਸਗਰੀ ਕਾ ਭਇਓ। ਇਹ ਤਾਂ ਉਸ ਇਲਾਕੇ ਦਾ ਬਹੁਤ ਹੀ ਬੁਰਾ ਹੋ ਚੁੱਕਿਆ ਹੈ। ਕਰ ਮੂਰਖ ਮਤ ਜੋ ਲਿਖ ਦਇਓ। ਜਿਨ੍ਹਾਂ ਨੇ ਮੂਰਖਮਤੀ ਤਾਰਨ ਕਰਕੇ ਉਸੇ ਵਾਸਤੇ ਬੇਦਾਵੇ ਵਾਲੇ ਅੱਖਰ ਆਪਣੇ ਵੱਲੋਂ ਮਹਾਰਾਜ ਨੂੰ ਲਿਖਾ ਦਿੱਤੇ ਸਨ। ਪਰ ਉਪਕਾਰ ਮਹਾਤਮ ਮਹਾ। ਜਥੇਦਾਰ ਭਾਈ ਮਹਾਂ ਸਿੰਘ ਨੇ ਸੋਚਿਆ ਵੀ ਦੂਜਿਆਂ ਦੇ ਉੱਪਰ ਜੋ ਪਰਉਪਕਾਰ ਕਰਨਾ, ਇਹਦੇ ਸਮਾਜ ਦਾ ਕੋਈ ਬਹੁਤ ਵੱਡਾ ਮਹਾਤਮ ਦੁਨੀਆ ਦੇ ਵਿੱਚ ਮੰਨਿਆ ਨਹੀਂ ਜਾਂਦਾ ਹੈ। ਸੁਨਿਓ ਸੰਤ ਜਨ ਤੀ ਜਹ ਕਹਾ। ਇਹ ਪਰਉਪਕਾਰ ਦੇ ਪਰਥਾਏ ਸਾਧੂ ਮਹਾਤਮਾ ਦਰਵੇਸ਼ ਫਕੀਰ ਬਾਰ-ਬਾਰ ਬੜੇ ਇਹੋ ਜਿਹੇ ਪ੍ਰਵਚਨ ਕਰਦੇ ਹਨ। ਪੰਡਤ ਹਰਦਿਆਲ ਜੀ ਦੇ ਲਿਖਣ ਦੇ ਮੁਤਾਬਕ ਇਹ ਸਾਰਿਆਂ ਨਾਲੋਂ ਵੱਡਾ ਪਰਉਪਕਾਰ ਹੈ ਵੀ ਜਿਹੜੇ ਗੁਰ ਸਿੱਖ ਗੁਰੂ ਦੇ ਚਰਨਾਂ ਦੇ ਨਾਲੋਂ ਵਿਛੜੇ ਹੋਏ ਪ੍ਰਾਣੀਆਂ ਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਸਤਿਗੁਰੂ ਜੀ ਦੇ ਨਾਲ ਜੋੜ ਦਿੰਦੇ ਹਨ। ਸਾਰਿਆਂ ਨਾਲੋਂ ਬਹੁਤ ਵੱਡਾ ਮਾਨ ਪਰਉਪਕਾਰ ਹੈ। ਦਜ ਪ੍ਰਸੰਨ ਖੀਰਾਦ ਕਰ ਮੋਰ ਮੋਦ ਕਨ ਬੈਨ। ਸੰਤ ਸੁਖੀ ਪਰ ਹਿਤ ਵਿਖੇ 60 ਪਰ ਬਿਪਤਾ ਚੈਨ। ਕਹਿੰਦੇ ਮਹਾਂਪੁਰਖ ਰੱਬ ਦੇ ਪਿਆਰੇ ਉਹ ਦੂਸਰਿਆਂ ਦਾ ਭਲਾ ਕਰਕੇ ਮਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਇਆ ਕਰਦੇ ਹਨ। ਇੱਕ ਪਰ ਕਰੀ ਅਦਕ ਕਲਿਆਣ। ਵੀ ਇੱਕਾ ਦੇ ਉੱਪਰ ਕਿਤੇ ਕੋਈ ਪਰਉਪਕਾਰ ਕਿਸੇ ਨੇ ਕਰਤਾ, ਉਹਦੀ ਫਿਰ ਕਲਿਆਣ ਹੋ ਜਾਣੀ ਹੈ। ਬਨਹ ਦੇਸ਼ ਪਰ ਫਲ ਹੈ ਮਹਾਨ। ਹੁਣ ਮੇਰਾ ਇਹ ਕੀਤਾ ਹੋਇਆ ਪਰਉਪਕਾਰ ਸਾਰੇ ਇਲਾਕੇ ਦੇ ਲਈ ਇਹ ਬੜਾ ਫਲੀਭੂਤ ਹੋ ਜਾਣਾ ਹੈ। ਲੱਖੋਂ ਸਿੱਖ ਗੁਰੂ ਕੇ ਹੋਈ। ਹੁਣ ਜਿਹੜੇ ਆਉਣ ਵਾਲੇ ਸਮੇਂ 'ਚ ਆ ਗੁਰੂ ਕੇ ਸਿੱਖ ਇਸ ਇਲਾਕੇ 'ਚ ਵੀ ਬੜੀ ਲੱਖਾਂ ਦੀ ਗਿਣਤੀ ਦੇ ਵਿੱਚ ਪੈਦਾ ਹੋਣੇ ਨੇ। ਭੋਗਹਿ ਰਾਜ ਧਰਾ ਪਰ ਸੋਈ। ਉਹਨਾਂ ਨੇ ਵੀ ਮਾਤਲਵ ਦੀ ਧਰਤੀ 'ਤੇ ਜਨਮ ਲੈ ਕਰਕੇ ਨਾ ਬੜੇ ਰਾਜ ਭਾਗਾਂ ਦੇ ਜਿਹੜੇ ਸੁੱਖ ਭੋਗਣੇ ਹਨ। ਸਭ ਪਰ ਮੁਰ ਹੋਵੇ ਉਪਕਾਰ। ਹੁਣ ਜੇ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਨਾਲ ਜੋੜਦਾ, ਇਹ ਮੇਰਾ ਬਹੁਤ ਵੱਡਾ ਪਰਉਪਕਾਰ ਸਾਰੇ ਗੁਰਸਿੱਖਾਂ ਦੇ ਉੱਪਰ ਹੋ ਜਾਣਾ ਹੈ। ਇਸ ਸੋਂ ਅਦਕ ਨਾ ਅਪਰ ਵਿਚਾਰਾ। ਹੁਣ ਇਸ ਦੇ ਨਾਲੋਂ ਸ਼ੋਭ ਵਿਚਾਰ ਹੋਰ ਕਿਹੜੀ ਹੋ ਸਕਦੀ ਹੈ। ਸੋ ਕਾਗਦ ਅਬ ਪਾਰਨ ਕਰੇ। ਜਥੇਦਾਰ ਭਾਈ ਮਹਾਂ ਸਿੰਘ ਨੇ ਵਿਚਾਰ ਕੀਤੀ ਵੀ ਜੇ ਕਿਤੇ ਸਤਿਗੁਰੂ ਜੀ ਉਹ ਬੇਦਾਵੇ ਵਾਲਾ ਕਾਗਜ਼ ਫਾੜ ਦੇਣ, ਫਿਰ ਜਿਹੜੇ ਹੁਣ ਭਾਵੇਂ ਮਾਝੇ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਗੁਰ ਸਿੱਖ ਸਤਿਗੁਰੂ ਜੀ ਦੇ ਚਰਨਾਂ ਤੋਂ ਤਾਂ ਹੁਣ ਇਹ ਬੇਦਾਵਾ ਲਿਖਣ ਕਰਕੇ ਸਾਰੇ ਟੁੱਟ ਚੁੱਕੇ ਹਨ। ਸਭ ਸਿੱਖਨ ਕੋ ਗੁਰੂ ਸੰਭਰੈ। ਫਿਰ ਦਸ਼ਮੇਸ਼ ਪਿਤਾ ਨੇ ਸਾਰੇ ਆਪਣੇ ਗੁਰਸਿੱਖਾਂ ਨੂੰ ਸੰਭਾਲ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਹੈ। ਇਹ ਜਾਚੋਂ ਮੈਂ ਭਲੇ ਵਿਚਾਰਿਆ। ਹੁਣ ਇਹੋ ਜਿਹੀਆਂ ਜਿਹੜੀਆਂ ਸ਼ੋਭ ਵਿਚਾਰਾਂ ਜਥੇਦਾਰ ਭਾਈ ਮਹਾਂ ਸਿੰਘ ਦੇ ਮਨ ਦੇ ਅੰਦਰ ਪੈਦਾ ਹੋਣ ਲੱਗ ਪਈਆਂ ਸੀ। ਮਹਾ ਸਿੰਘ ਗੁਰ ਸੰਗ ਉਚਾਰਿਆ। ਉਹ ਸਮੇਂ ਜਥੇਦਾਰ ਭਾਈ ਮਹਾਂ ਸਿੰਘ ਜੀ
ਮਹਾਰਾਜ ਦੇ ਬਚਨ ਸੁਣ ਕਰਕੇ ਨਾ ਵਾਰ-ਵਾਰ ਸੋਚਣ ਲੱਗ ਪਏ ਸਨ। ਮਦਰ ਦੇਸ਼ ਕੀ ਸੰਗਤ ਹੁੱਟੀ। ਸੱਚੇ ਪਾਤਸ਼ਾਹ ਗਰੀਬ ਨਵਾਜ ਵੀ ਜਿਹੜੇ ਇੱਕ ਯੁੱਧ ਤੋਂ ਡਰਦੇ ਹੋਏ ਮਾਝੇ ਦੇ ਪ੍ਰੇਮੀ ਇਹ ਆਪਦੇ ਚਰਨਾਂ ਦੇ ਨਾਲੋਂ ਟੁੱਟ ਚੁੱਕੇ ਹਨ। ਪ੍ਰਭ ਜੀ ਰਾਵਰ ਕੀ ਸੰਗ ਟੁੱਟੀ। ਸੱਚੇ ਪਾਤਸ਼ਾਹ ਹੁਣ ਜਦੋਂ ਵਿਦਾਵਾ ਹੀ ਲਿਖਤਾ ਉਹ ਆਪਦੇ ਚਰਨਾਂ ਦੇ ਨਾਲ ਸਦਾ ਦੇ ਲਈ ਵਿਛੜ ਚੁੱਕੇ ਹਨ। ਬਰ ਦੇਵੀ ਜੇ ਮੁਝ ਇੱਛ ਧਾਰੀ। ਮਹਾਰਾਜ ਜੈ ਆਪ ਮੈਨੂੰ ਪ੍ਰਸੰਨ ਹੋ ਕਰਕੇ ਨਾ ਇਹ ਬੜੇ ਵਰਦਾਨ ਬਖਸ਼ਣਾ ਚਾਹੁੰਦੇ ਹੋ। ਤਉ ਕਰ ਕਰਨਾ ਮਿਲੋ ਸਾਰੀ। ਸੱਚੇ ਪਾਤਸ਼ਾਹ ਇਹ ਕਿਰਪਾ ਕਰ ਦਿਓ ਮਾਝੇ ਦੇ ਇਲਾਕੇ ਦੇ ਪ੍ਰੇਮੀਆਂ ਦੇ ਉੱਪਰ ਵੀ ਉਹਨਾਂ ਨੂੰ ਆਪ ਜੀ ਨੇ ਪਹਿਲਾਂ ਦੇ ਸਮਾਨ ਚਰਨਾਂ ਦੇ ਨਾਲ ਜੋੜ ਲੈਣਾ ਹੈ। ਸੋ ਸਿੱਖ ਹੋਹੀ ਗੁਰੂ ਤੁਮ ਰਹੋ। ਉਹ ਆਪ ਜੀ ਦੇ ਗੁਰ ਸਿੱਖ ਬਣ ਤੇ ਆਪ ਉਹਨਾਂ ਦੇ ਗੁਰੂ ਸਦਾ ਵਾਸਤੇ ਪਹਿਲਾਂ ਦੇ ਸਮਾਨ ਬਣ ਕਰਕੇ ਰਹੋ। ਮੈਂ ਤਾਂ ਫਿਰ ਇਹ ਜਿਹੜਾ ਵਰਦਾਨ ਆਪ ਜੀ ਦੇ ਚਰਨਾਂ ਚੋਂ ਮੰਗਣਾ ਚਾਹੁੰਦਾ ਹਾਂ। ਸ਼੍ਰੀ ਮੁਖ ਤੇ ਅਬ ਇਹ ਬਰ ਕਹੋ। ਜਥੇਦਾਰ ਭਾਈ ਮਹਾਂ ਸਿੰਘ ਨੇ ਇਹ ਜਿਹੜਾ ਵਰਦਾਨ ਮਹਾਰਾਜ ਦੇ ਪਾਸੋਂ ਮੰਗਣ ਦੇ ਲਈ ਦੋਵੇਂ ਹੱਥ ਜੋੜਤੇ। ਪ੍ਰਭ ਬੋਲੇ ਟੂਟੀ ਸੋ ਨਿਖੁੱਟੀ। ਉਸ ਸਮੇਂ ਦਸ਼ਮੇਸ਼ ਪਿਤਾ ਕਹਿਣ ਲੱਗੇ ਭਾਈ ਮਹਾਂ ਸਿੰਘ ਵੀ ਜਿਹੜੇ ਡਰਪੋਕ ਕੈਰ ਬੁੱਝ ਦਿਲ ਹੋ ਕਰਕੇ ਉਹ ਤਾਂ ਸਦਾ ਵਾਸਤੇ ਸਾਡੇ ਨਾਲੋਂ ਟੁੱਟ ਚੁੱਕੇ ਹਨ। ਕਿਉਂ ਮਿਲੋ ਤੇ ਜੋ ਡਰ ਹੁੱਟੀ। ਜਿਹੜੇ ਡਰਦੇ ਮਾਰੇ ਯੁੱਧ ਨਹੀਂ ਕਰ ਸਕੇ ਉਹਨਾਂ ਨੂੰ ਫਿਰ ਕਾਹਨੂੰ ਐਵੇਂ ਦੁਬਾਰਾ ਚਰਨਾਂ ਦੇ ਨਾਲ ਜੋੜਨ ਲੱਗਿਆ। ਆਪਣੇ ਹਿਤ ਜਾਚੋ ਕੁਛ ਔਰੀ। ਸਤਿਗੁਰੂ ਜੀ ਕਹਿਣ ਲੱਗੇ ਵੀ ਤੂੰ ਆਪਣੇ ਵਾਸਤੇ ਜਾ ਫਿਰ ਪਰਿਵਾਰ ਵਾਸਤੇ ਜੋ ਵੀ ਬਸ ਤੂੰ ਮੰਗੇਗਾ ਉਹੀ ਤੈਨੂੰ ਪ੍ਰਾਪਤ ਹੋ ਜਾਣੀ ਹੈ। ਜਿਹੜੇ ਪਹਿਲਾਂ ਹੀ ਬੇਮੁਖ ਹੋ ਕੇ ਘਰਾਂ ਨੂੰ ਵਾਪਸ ਚਲੇ ਗਏ ਉਹਨਾਂ ਦੇ ਪਾਸੋਂ ਦੱਸ ਤੈ ਕਹਿ ਲੈਣਾ ਹੈ। ਜਿਉ ਤਤ ਕਾਲ ਖੁਸ਼ੀ ਲਖ ਮੋਰੀ। ਉਸ ਸਮੇਂ ਸਤਿਗੁਰੂ ਜੀ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਪਹਿਲਾਂ ਹੀ ਪੈਦਾ ਹੋ ਚੁੱਕੀਆਂ ਹਨ। ਮਹਾ ਸਿੰਘ ਕਰ ਜੋਰ ਉਚਾਰੀ। ਪਰ ਜਥੇਦਾਰ ਭਾਈ ਮਹਾਂ ਸਿੰਘ ਨੇ ਆ ਜਿਹੜੇ ਨੇ ਦੁਨਿਆਵੀ ਰਾਜ ਭਾਗ ਇਸੇ ਤਰ੍ਹਾਂ ਜੋ ਪਰਲੋਕ ਦੇ ਵਿੱਚ ਸਵਰਗਾਂ ਦਾ ਸੁੱਖ ਇਹਨਾਂ ਸਾਰਿਆਂ ਨੂੰ ਆਪਣੇ ਚਰਨ ਦਾ ਜਿਹੜਾ ਜੋੜੇ ਦਾ ਠੋਕਰ ਮਾਰ ਕਰਕੇ ਉਸ ਸਮੇਂ ਠੁਕਰਾ ਦਿੱਤਾ ਸੀ। ਨਾ ਆਪਣੇ ਵਾਸਤੇ ਨਾ ਪਰਿਵਾਰ ਦੇ ਲਈ ਨਾ ਕੁਲ ਦੇ ਲਈ ਕੋਈ ਵੀ ਪਦਾਰਥ ਮਹਾਰਾਜ ਦੇ ਪਾਸੋਂ ਨਹੀਂ ਮੰਗਿਆ ਸੀ। ਪਾਤਸ਼ਾਹੋ ਸੁਤ ਸੇਵਕ ਸਾਰੀ। ਕਹਿ ਲੱਗਿਆ ਸੱਚੇ ਪਾਤਸ਼ਾਹ ਵੀ ਚਾਹੇ ਚੰਗੇ ਨੇ ਚਾਹੇ ਮਾੜੇ ਨੇ ਹੈ ਤਾਂ ਆਪਦੇ ਚਰਨਾਂ ਦੇ ਸੇਵਕ ਬਣੇ ਹੋਏ ਹਨ। ਭੁੱਲ ਹੈ ਬਹੁ ਅਪਰਾਧ ਕਮਾਵੇ। ਜਿਹੜੇ ਪੁੱਤ ਇਹ ਤਾਂ ਅਨੇਕ ਪ੍ਰਕਾਰ ਦੇ ਬੜੇ ਅਪਰਾਧ ਗੁਨਾਹ ਇਹੋ ਜਿਹੀਆਂ ਗਲਤੀਆਂ ਭੁੱਲਾਂ ਸਦਾ ਵਾਸਤੇ ਕਰਦੇ ਹੀ ਰਹਿੰਦੇ ਨੇ। ਤਉ ਪਿਤਾ ਮਨ ਕੋਪ ਨਾ ਲਿਆਵੇ। ਪਰ ਜਿਹੜੇ ਮਾਪਿਓ ਕਦੇ ਕੋ ਮਾਪੇ ਤਾਂ ਨਹੀਂ ਹੁੰਦਾ ਪਰ ਪੁੱਤ ਭਾਵੇਂ ਕੋ ਪੁੱਤ ਬਣ ਜਾਊ ਆਪਣੇ ਪੁੱਤਰਾਂ ਦੇ ਜਿਹੜੇ ਕੀਤੇ ਉਹ ਗੁਨਾਹ ਮਾਂ ਪਿਓ ਦਾ ਕਦੇ ਵੀ ਮਨ ਦੇ ਵਿੱਚ ਯਾਦ ਨਹੀਂ ਰੱਖਿਆ ਕਰਦੇ ਹਨ। ਆਪਣੋ ਜਾਨ ਬਖਸ਼ ਤਿਸ ਦੇਤ। ਭਾਵੇਂ ਪੁੱਤਰ ਜਿਤਨੀਆਂ ਮਰਜ਼ੀਆਂ ਵੱਡੀਆਂ ਵੱਡੀਆਂ ਗਲਤੀਆਂ ਵੱਡੇ ਵੱਡੇ ਗੁਨਾਹ ਕਰੀ ਜਾਏ ਪਰ ਜੇ ਕਿਤੇ ਮਾੜੀ ਜੀ ਨਿਮਰਤਾ ਗਰੀਬੀ ਪੈਦਾ ਹੋ ਗਈ ਪੁੱਤ ਦੇ ਮਨ ਦੇ ਅੰਦਰ ਤੇ ਉਸੇ ਵਕਤ ਜਿਹੜਾ ਪਿਤਾ ਉਹਨਾਂ ਨੂੰ ਕੁੱਟ ਕਰਕੇ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਦੀ ਸਿੱਖਿਆ ਪੁਨ ਕਰੈ ਸੁਚੇਤ। ਸੱਚੇ ਪਾਤਸ਼ਾਹ ਵੀ ਆਪ ਤੋਂ ਬਿਨਾਂ ਇਹਨਾਂ ਨੂੰ ਸਿੱਖਿਆ ਦੇ ਕਰਕੇ ਦੁਬਾਰਾ ਫਿਰ ਸੁਚੇਤ
ਕੌਣ ਕਰ ਸਕਦਾ ਹੈ। ਜੋ ਮੁਝ ਕੋ ਦੇਵੋ ਬਰ ਚਹੋ। ਮਹਾਰਾਜ ਜੇ ਆਪ ਹੁਣ ਮੈਨੂੰ ਕੋਈ ਨਾ ਕੋਈ ਵਰਦਾਨ ਰਸਨਾ ਤੋਂ ਦੇਣਾ ਹੀ ਚਾਹੁੰਦੇ ਹੋ। ਟੂਟੀ ਮੇਲ ਲਿਹੋ ਬਚ ਕਹੋ। ਮਹਾਰਾਜ ਇਹੋ ਜਿਹੇ ਬਚਨ ਕਰ ਦੋ ਵੀ ਉਹ ਜਿਹੜੇ ਵਿਛੜੇ ਹੋਏ ਨਾ ਮਾਝੇ ਦੇ ਇਲਾਕੇ ਦੇ ਬੜੇ ਗੌਰ ਸਿੱਖ, ਉਹ ਪਹਿਲਾਂ ਦੇ ਸਮਾਨ ਆਪ ਦੇ ਚਰਨਾਂ ਦੇ ਨਾਲ ਸਾਰੇ ਜੋੜ ਜਾਣ। ਮੈਂ ਤਾਂ ਹੀ ਵਰਦਾਨ ਆਪ ਜੀ ਦੇ ਚਰਨਾਂ 'ਚੋਂ ਮੰਗਣਾ ਹੈ। ਇਸ ਬਿਨ ਇੱਛਾ ਮੋਹਿ ਨਾ ਔਰ। ਹੁਣ ਇਹ ਤੋਂ ਬਗੈਰ ਮੇਰੇ ਮਨ ਦੇ ਵਿੱਚ ਕੋਈ ਇੱਛਾ ਕੋਈ ਕਾਮਨਾ ਨਹੀਂ ਪੈਦਾ ਹੋਈ ਹੈ। ਜਿਹੋ ਆਪ ਸੋਢੀ ਸਿਰ ਮੋਰ। ਸੋਢੀ ਕੁਲ ਦੇ ਸ਼੍ਰੋਮਣੀ ਸੱਚੇ ਪਾਤਸ਼ਾਹ ਬ੍ਰਹਮ ਗਿਆਨ ਸਮਦਾਨ ਨੇ ਧਰਮ ਨ ਦਇਆ ਸਮਾਨ। ਸੋ ਪੰਡਤ ਹਰਦਿਆਲ ਜੀ ਨੇ ਵੀ ਇਹ ਬਚਨ ਲਿਖੇ ਨੇ। ਸਮ ਸੰਤੋਖ ਨ ਔਰ ਸੁਖ ਤਪ ਨ ਖਿਮਾ ਸਮਝਾਨ। ਬ੍ਰਹਮ ਗਿਆਨ ਸਮਦਾਨ ਨੇ ਕਹਿੰਦੇ ਬ੍ਰਹਮ ਗਿਆਨ ਦੇ ਸਮਾਨ ਸੰਸਾਰ ਦੇ ਅੰਦਰ ਕੋਈ ਵੀ ਇਹ ਵੱਡਾ ਪੁੰਨ ਨਹੀਂ ਮੰਨਿਆ ਜਾਂਦਾ। ਬ੍ਰਹਮ ਗਿਆਨ ਸਮਦਾਨ ਨੇ ਧਰਮ ਨ ਦਇਆ ਸਮਾਨ। ਕਿਸੇ ਦੇ ਉੱਪਰ ਰਹਿਮ ਕਰਨਾ, ਦਇਆ ਕਰਨੀ, ਇਹਦੇ ਸਮਾਨ ਆ ਮਾਤਲੋ ਦੀ ਧਰਤੀ ਦੇ ਉੱਪਰ ਕੋਈ ਵੱਡਾ ਧਰਮ ਨਹੀਂ ਮੰਨਿਆ ਜਾਂਦਾ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗਿਆ ਗੁਰ ਸਿੱਖਾਂ ਤਾਈਂ ਨੇ ਹਾਲ ਕਰ ਰਹੇ ਨੇ। ਇਸ ਬਿਨ ਇੱਛਾ ਮੋਹਿ ਨਾ ਔਰ। ਦੇਹੋ ਆਪ ਸੋਢੀ ਸਿਰ ਮੋਰ। ਇਸ ਬਿਨ ਇੱਛਾ ਮੋਹਿ ਨਾ ਔਰ। ਦੇਹੋ ਆਪ ਸੋਢੀ ਸਿਰ ਮੋਰ। ਚੌਥੇ ਪਾਰ ਬ੍ਰਹਮ ਅਬਨਾਸੀ ਅਗਨਾਸ।